ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। ਸਤਿ ਸ਼੍ਰੀ ਅਕਾਲ। ਅੱਜ ਆਪਾਂ +2 ਬਾਇਓਲੋਜੀ ਦਾ ਸੈਕੰਡ ਚੈਪਟਰ ਸੈਕਸੁਅਲ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ ਬਾਰੇ ਪੜ੍ਹਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਫੁੱਲ ਇੱਕ ਬਹੁਤ ਹੀ ਸੋਹਣੀ ਕੁਦਰਤ ਦੀ ਬਣਾਈ ਹੋਈ ਇੱਕ ਵਸਤੂ ਹੈ, ਚੀਜ਼ ਹੈ, ਜਿਹੜੀ ਕਿ ਸਾਡੇ ਸਮਾਜ ਦੇ ਵਿੱਚ ਖੁਸ਼ੀ ਦੇ ਮੌਕੇ ਦੇ ਉੱਪਰ, ਗਮ ਦੇ ਮੌਕੇ ਦੇ ਉੱਪਰ, ਦੁੱਖ ਦੇ ਮੌਕੇ ਦੇ ਉੱਪਰ ਇੱਕ ਸਿੰਬੋਲਿਕ ਆਬਜੈਕਟ ਦੇ ਤੌਰ 'ਤੇ ਯੂਜ਼ ਕੀਤੀ ਜਾਂਦੀ ਹੈਗੀ। ਕੀ ਤੁਸੀਂ ਕਦੇ ਆਪਣੇ ਆਸੇ-ਪਾਸੇ ਖਿੜੇ ਹੋਏ ਫੁੱਲਾਂ ਦੇ ਗੁੱਛਿਆਂ ਨੂੰ ਦੇਖਿਆ ਹੈ, ਜਾਂ ਉਹਨਾਂ ਦੇ ਵਿਚਲੀ ਪਰਫਿਊਮ ਨੂੰ, ਸਮੈਲ ਨੂੰ ਸੁੰਘਿਆ ਹੈ, ਜਾਂ ਉਹ ਸਟਰਕਚਰਸ ਜਿਹੜੀਆਂ ਇਸ ਫਲਾਵਰਸ ਨੂੰ, ਇਸ ਫੁੱਲਾਂ ਨੂੰ ਵਧਣ ਦੇ, ਫੁੱਲਣ ਦੇ ਵਿੱਚ ਸਹਾਇਤਾ ਕਰਦੀਆਂ ਹਨ, ਉਹਨਾਂ ਬਾਰੇ ਸੋਚਿਆ ਹੈ? ਇੱਕ ਬਾਇਓਲੋਜਿਸਟ ਹੋਣ ਦੇ ਨਾਤੇ ਅਸੀਂ ਫਲਾਰ ਨੂੰ ਇੱਕ ਅਲੱਗ ਨਜ਼ਰ ਦੇ ਨਾਲ ਦੇਖਦੇ ਹਾਂ। ਇੱਕ ਫੁੱਲ, ਫਲਾਰ ਮਨੁੱਖਾਂ ਵਾਂਗ, ਜੀਵਾਂ ਵਾਂਗ ਸੈਕਸੁਅਲ ਰੀਪਰੋਡਕਸ਼ਨ ਕਰਦਾ ਹੈ। ਬੜੀ ਹੈਰਾਨੀ ਹੁੰਦੀ ਹੋਵੇਗੀ ਕਿ ਇੱਕ ਫੁੱਲ ਜੋ ਕਿ ਇੱਕ ਪੌਦੇ ਦੇ ਉੱਪਰ ਹੈ, ਕਿਸ ਤਰ੍ਹਾਂ ਬਾਕੀ ਜਾਨਵਰਾਂ ਦੀ ਤਰ੍ਹਾਂ ਸੈਕਸੁਅਲ ਰੀਪਰੋਡਕਸ਼ਨ ਕਰਦਾ ਹੈ ਅਤੇ ਉਸ ਪੌਦੇ ਨੂੰ ਵਧਣ ਫੁੱਲਣ ਦੇ ਵਿੱਚ ਸਹਾਇਤਾ ਕਰਦਾ ਹੈ। ਫਲਾਰ ਜਿਹੜੇ ਫੁੱਲ ਹੈਗੇ, ਇਹਨਾਂ ਦਾ ਮਨੁੱਖ ਦੇ ਨਾਲ ਬਹੁਤ ਪੁਰਾਣੇ ਸਮੇਂ ਤੋਂ ਬਹੁਤ ਹੀ ਨੇੜਲਾ ਅਤੇ ਗੂੜ੍ਹਾ ਸੰਬੰਧ ਹੈ। ਫਲਾਵਰਸ ਨੂੰ ਅਸੀਂ ਐਸਥੈਟਿਕ ਖੁਸ਼ੀ ਦੇ ਲਈ, ਸਜਾਵਟ ਦੇ ਲਈ, ਸੋਸ਼ਲ, ਰਿਲੀਜੀਅਸ ਅਤੇ ਕਲਚਰਲ ਵੈਲਿਊਜ਼ ਦੇ ਲਈ ਜਾਣਦੇ ਹਾਂ। ਪਰ ਬਾਇਓਲੋਜੀ ਦੇ ਤੌਰ ਦੇ ਉੱਪਰ ਇਹ ਇੱਕ ਬਹੁਤ ਹੀ ਮਹੱਤਵਪੂਰਨ ਪੌਦਿਆਂ ਦਾ ਅੰਗ ਹੈ। ਤੁਸੀਂ 11ਵੀਂ ਜਮਾਤ ਦੇ ਵਿੱਚ ਫੁੱਲ ਦੇ ਵੱਖ-ਵੱਖ ਭਾਗਾਂ ਬਾਰੇ ਤਾਂ ਪੜ੍ਹਿਆ ਹੀ ਹੋਵੇਗਾ। ਇੱਕ ਟਿਪੀਕਲ ਫਲਾਵਰ ਦੇ 4 ਭਾਗ ਹੁੰਦੇ ਹਨ। ਸਭ ਨਾਲੋਂ ਪਹਿਲਾਂ ਗ੍ਰੀਨ ਪੱਤੀਆਂ, ਗ੍ਰੀਨ ਲੀਵਸ ਹੁੰਦੇ ਹੈਗੇ, ਜਿਨ੍ਹਾਂ ਨੂੰ ਅਸੀਂ ਸੈਪਲਸ ਕਹਿੰਦੇ ਹਾਂ। ਇਹ ਫੁੱਲ ਨੂੰ ਬਡ ਕੰਡੀਸ਼ਨ ਦੇ ਵਿੱਚ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਹੈ। ਦੂਜਾ ਜਿਹੜਾ ਭਾਗ ਹੈ ਉਹ ਰੰਗਦਾਰ ਪੱਤੀਆਂ ਹਨ, ਜਿਨ੍ਹਾਂ ਨੂੰ ਅਸੀਂ ਪੈਟਲਸ ਕਹਿੰਦੇ ਹਾਂ। ਤੀਸਰਾ ਭਾਗ ਜੋ ਕਿ ਮੇਲ ਰੀਪਰੋਡਕਟਿਵ ਆਰਗਨ ਨੂੰ ਦਰਸਾਉਂਦਾ ਹੈ ਇੱਕ ਫੁੱਲ ਦੇ ਵਿੱਚ, ਉਸ ਨੂੰ ਅਸੀਂ ਸਟੇਮਨ ਜਾਂ ਟੈਕਨੀਕਲ ਭਾਸ਼ਾ ਦੇ ਵਿੱਚ ਐਂਡਰੋਸ਼ੀਅਮ ਕਹਿੰਦੇ ਹਾਂ। ਚੌਥਾ ਭਾਗ ਫੁੱਲ ਦੇ ਵਿੱਚ ਫੀਮੇਲ ਰੀਪਰੋਡਕਟਿਵ ਆਰਗਨ, ਜਿਸ ਨੂੰ ਅਸੀਂ ਕਾਰਪਲ ਜਾਂ ਪਿਸਟਲ ਕਹਿੰਦੇ ਹਾਂ। ਕਾਰਪਲ ਜਾਂ ਪਿਸਟਲ ਨੂੰ ਸਾਇੰਸ ਦੀ, ਬਾਇਓਲੋਜੀ ਦੀ ਭਾਸ਼ਾ ਦੇ ਵਿੱਚ ਗਾਈਨੇਸ਼ੀਅਮ ਵੀ ਕਿਹਾ ਜਾਂਦਾ ਹੈ। ਤਾਂ ਇਸ ਤੋਂ ਅੱਗੇ ਫੁੱਲ ਸੈਕਸੁਅਲ ਰੀਪਰੋਡਕਸ਼ਨ ਕਰਨ ਵਿੱਚ ਕਿਵੇਂ ਸਹਾਇਤਾ ਕਰਦਾ ਹੈ, ਉਸ ਬਾਰੇ ਜਾਣਕਾਰੀ ਲੈਣ ਦੇ ਲਈ ਅਸੀਂ ਸਿਰਫ ਫੁੱਲ ਦੇ 2 ਭਾਗ ਐਂਡਰੋਸ਼ੀਅਮ ਅਤੇ ਗਾਈਨੇਸ਼ੀਅਮ, ਮਤਲਬ ਸਟੇਮਨ ਅਤੇ ਕਾਰਪਲ ਨੂੰ ਹੀ ਸਟੱਡੀ ਕਰਾਂਗੇ। ਫੁੱਲ ਵਿੱਚ ਇੱਕ ਮਹੱਤਵਪੂਰਨ ਪ੍ਰਕਿਰਿਆ, ਪ੍ਰੋਸੈਸ ਹੈ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਤੋਂ ਪਹਿਲਾਂ ਫੁੱਲ ਦੇ ਇਹ ਦੋਵੇਂ ਭਾਗ ਕਿਵੇਂ ਡਿਵੈਲਪ ਕਰਦੇ ਹੈ, ਕੀ ਕੁਛ ਵਰਤਾਰੇ ਇਹਨਾਂ ਵਿੱਚ ਹੁੰਦੇ ਹੈ, ਇਹ ਕੀ ਕੁਛ ਬਣਾਉਂਦੇ ਹੈਗੇ, ਉਹਦੇ ਬਾਰੇ ਅਸੀਂ ਪੜ੍ਹਾਂਗੇ, ਜਿਸ ਨੂੰ ਅਸੀਂ
ਪ੍ਰੀ ਫਰਟੀਲਾਈਜੇਸ਼ਨ ਈਵੈਂਟਸ ਵੀ ਕਹਿੰਦੇ ਹਾਂ। ਪ੍ਰੀ ਫਰਟੀਲਾਈਜੇਸ਼ਨ ਈਵੈਂਟਸ ਦੇ ਵਿੱਚ ਪਹਿਲਾਂ ਦੋ ਪ੍ਰੋਸੈਸਿਸ ਹੁੰਦੀਆਂ। ਮੇਲ ਭਾਗ ਦੇ ਵਿੱਚ, ਨਰ ਭਾਗ ਦੇ ਵਿੱਚ, ਸਟੇਮਨ ਦੇ ਵਿੱਚ ਪੋਲਨ ਗ੍ਰੇਨਸ ਬਣਦੇ ਹਨ ਔਰ ਪੋਲਨ ਗ੍ਰੇਨਸ ਨੂੰ ਅਸੀਂ ਮਾਈਕਰੋਸਪੋਰ ਵੀ ਕਹਿੰਦੇ ਹਾਂ। ਤਾਂ ਪੋਲਨ ਗ੍ਰੇਨਸ ਜਾਂ ਮਾਈਕਰੋਸਪੋਰ ਬਣਨ ਦੀ ਪ੍ਰਕਿਰਿਆ ਨੂੰ ਮਾਈਕਰੋਸਪੋਰੋਜੈਨਸਿਸ ਕਹਿੰਦੇ ਹਾਂ। ਇਹ ਮਾਈਕਰੋਸਪੋਰੋਜੈਨਸਿਸ ਫੁੱਲ ਦੇ ਸਟੇਮਨ ਭਾਗ ਵਿੱਚ ਹੁੰਦੀ ਹੈ। ਸਟੇਮਨ ਦੀ ਅਗਰ ਸਟਰਕਚਰ ਬਾਰੇ ਅਸੀਂ ਗੱਲ ਕਰੀਏ ਤਾਂ ਸਟੇਮਨ ਦੇ ਮੇਨ ਦੋ ਭਾਗ ਹੁੰਦੇ ਹਨ। ਇੱਕ ਲੰਬਾ ਤੇ ਡੰਡਾਕਾਰ ਸਿਲੰਡਰੀਕਲ ਪਾਰਟ ਜਿਹਨੂੰ ਅਸੀਂ ਫਿਲਾਮੈਂਟ ਕਹਿੰਦੇ ਹਾਂ। ਉਸ ਦੇ ਉੱਪਰਲੇ ਪਾਸੇ ਨੋਬ ਲਾਈਕ ਸਟਰਕਚਰਸ ਹੁੰਦੀਆਂ ਹੈਗੀਆਂ ਔਰ ਆਮ ਤੌਰ 'ਤੇ ਉਹ ਬਾਈ ਲੋਬਡ ਮੀਨਸ ਦੋ ਲੋਬਸ ਹੁੰਦੇ ਹਨ, ਉਹਨਾਂ ਨੂੰ ਅਸੀਂ ਐਂਥਰ ਕਹਿੰਦੇ ਹਾਂ। ਫਿਲਾਮੈਂਟ ਵਾਲਾ ਭਾਗ ਫੁੱਲ ਦੇ ਥੈਲਮਸ ਜਾਂ ਪੈਟਲਸ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਸਟੇਮਨਸ ਦੀ ਗਿਣਤੀ ਤੇ ਇਹਨਾਂ ਦਾ ਸਾਈਜ਼ ਅਲੱਗ-ਅਲੱਗ ਫੁੱਲਾਂ ਦੀਆਂ ਪ੍ਰਜਾਤੀਆਂ ਵਿੱਚ ਅਲੱਗ-ਅਲੱਗ ਹੁੰਦਾ ਹੈ। ਇਹਨਾਂ ਦੀ ਗਿਣਤੀ ਵੀ ਅਲੱਗ-ਅਲੱਗ ਹੁੰਦੀ ਹੈ। ਅਸੀਂ ਇੱਕ ਟਿਪੀਕਲ ਜੇ ਐਂਥਰ ਦੀ ਗੱਲ ਕਰੀਏ ਤਾਂ ਉਹ ਆਮ ਤੌਰ 'ਤੇ ਬਾਈ ਲੋਬਡ ਹੁੰਦਾ ਹੈਗਾ ਔਰ ਹਰ ਲੋਬ ਦੇ ਵਿੱਚ ਦੋ ਥੀਕਾ ਥੈਲੇ ਵਰਗੀਆਂ ਸਟਰਕਚਰਸ ਹੁੰਦੀਆਂ ਹਨ। ਇਸ ਕਰਕੇ ਇਸ ਨੂੰ ਬਾਈਥੀਕਸ ਵੀ ਕਿਹਾ ਜਾਂਦਾ ਹੈ। ਤੇ ਹਰ ਥੀਕਾ ਦੇ ਵਿੱਚ ਥੈਲੇ ਵਰਗੀਆਂ ਸਟਰਕਚਰਸ ਹੁੰਦੀਆਂ ਹਨ। ਇਸ ਕਰਕੇ ਇਸ ਨੂੰ ਟੈਟਰਾਗੋਨਲ, ਕਿਉਂਕਿ ਇੱਕ ਐਂਥਰ ਦੇ ਵਿੱਚ ਚਾਰ ਆਪਣੇ ਕੋਲ ਥੈਲੇ ਹੋ ਗਏ ਹਨ। ਅਸੀਂ ਇਹਨਾਂ ਥੈਲਿਆਂ ਨੂੰ ਮਾਈਕਰੋਸਪੋਂਜੀਆ ਵੀ ਕਹਿੰਦੇ ਹਾਂ। ਮਾਈਕਰੋਸਪੋਂਜੀਆ ਅੱਗੇ ਡਿਵੈਲਪ ਕਰਕੇ ਪੋਲਨ ਸੈਕ, ਪੋਲਨ ਗ੍ਰੇਨ ਦੀਆਂ ਥੈਲੀਆਂ ਬਣਾਉਂਦੇ ਹਨ। ਜਿਹੜੀ ਅਗਰ ਅਸੀਂ ਮਾਈਕਰੋਸਪੋਂਜੀਅਮ ਦੇ ਟਰਾਂਸਫਰ ਸੈਕਸ਼ਨ ਨੂੰ ਦੇਖੀਏ ਤਾਂ ਅਸੀਂ ਪਾਵਾਂਗੇ ਕਿ ਮਾਈਕਰੋਸਪੋਂਜੀਅਮ ਦੀਆਂ ਆਮ ਤੌਰ 'ਤੇ ਚਾਰ ਤਰ੍ਹਾਂ ਦੀਆਂ ਤਹਾਂ ਹੁੰਦੀਆਂ ਹਨ ਜਿਸ ਨਾਲ ਕਿ ਉਹ ਢਕਿਆ ਹੋਇਆ ਹੁੰਦਾ ਹੈ। ਸਭ ਨੂੰ ਬਾਹਰਲੀ ਲੇਅਰ ਨੂੰ ਐਪੀਡਰਮਸ, ਦੂਜੀ ਲੇਅਰ ਨੂੰ ਐਂਡੋਥੀਸੀਅਮ, ਉਸ ਤੋਂ ਬਾਅਦ ਮਿਡਲ ਲੇਅਰਸ ਤੇ ਸਭ ਨਾਲੋਂ ਅਖੀਰਲੀ ਅੰਦਰਲੀ ਜਿਹੜੀ ਲੇਅਰ ਹੈ ਉਸਦਾ ਨਾਮ ਟੈਪੇਟਮ ਹੈ। ਪਹਿਲੀਆਂ ਤਿੰਨ ਲੇਅਰਸ ਐਪੀਡਰਮਸ, ਐਂਡੋਥੀਸੀਅਮ ਤੇ ਮਿਡਲ ਲੇਅਰਸ ਦਾ ਕੰਮ ਪ੍ਰੋਟੈਕਸ਼ਨ ਪ੍ਰੋਵਾਈਡ ਕਰਨਾ ਹੁੰਦਾ ਹੈ। ਟੈਪੇਟਮ ਆਮ ਤੌਰ 'ਤੇ ਬਾਈ ਨਿਊਕਲੀਏਟ ਹੁੰਦੀ ਹੈ, ਉਸ ਵਿੱਚ ਦੋ ਨਿਊਕਲੀਅਸ ਹੁੰਦੇ ਹਨ ਤੇ ਉਹਦਾ ਕੰਮ ਪੋਲਨ ਸੈਕ ਦੇ ਵਿੱਚ ਬਣ ਰਹੇ ਪੋਲਨ ਗ੍ਰੇਨਸ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਨਾ ਹੁੰਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਐਂਥਰ ਯੰਗ ਹੈ ਤਾਂ ਉਹਦੇ ਅੰਦਰ ਇੱਕ ਕੰਪੈਕਟਲੀ ਅਰੇਂਜ ਹੋਮੋਜੀਨਸ ਸੈਲਸ ਦਾ ਗਰੁੱਪ ਹੁੰਦਾ ਹੈਗਾ ਜਿਸ ਨੂੰ ਸਪੋਰੋਜੀਨਸ ਟਿਸ਼ੂ ਕਹਿੰਦੇ ਹਨ। ਉਹ ਸਪੋਰੋਜੀਨਸ ਟਿਸ਼ੂ ਦੇ ਜਿਹੜੇ ਸੈੱਲ ਹੁੰਦੇ ਹਨ ਉਹ ਡਿਪਲੋਇਡ ਹੁੰਦੇ ਹਨ। ਡਿਪਲੋਇਡ ਦਾ ਮਤਲਬ ਕਿ ਉਸ ਵਿੱਚ ਦੋ ਸੈੱਟ ਕ੍ਰੋਮੋਸੋਮ ਦੇ ਹੁੰਦੇ ਹਨ। ਜਦੋਂ ਐਂਥਰ ਮੈਚੋਰ ਹੁੰਦਾ, ਸਟੇਮਨ ਮੈਚੋਰ ਹੁੰਦਾ ਤਾਂ ਉਸ ਵੇਲੇ ਇਹ ਸਪੋਰੋਜੀਨਸ ਜਿਹੜੇ ਸੈਲਸ ਹੈਗੇ ਉਹ ਮਿਓਟਿਕ ਡਿਵੀਜ਼ਨ ਕਰਦੇ ਹਨ ਤੇ ਇੱਕ ਮਾਈਕਰੋਸਪੋਰ ਮਦਰ ਸੈਲ ਜਿਹੜਾ ਕਿ ਡਿਪਲੋਇਡ ਹੁੰਦਾ ਹੈਗਾ
ਉਸ ਤੋਂ 4 ਹੈਪਲੋਇਡ ਮਾਈਕਰੋਸਪੋਰ ਬਣਾਉਂਦੇ ਹਨ, ਜਿਨ੍ਹਾਂ ਨੂੰ ਪੋਲਨ ਗ੍ਰੇਨਸ ਵੀ ਕਿਹਾ ਜਾਂਦਾ ਹੈ। ਸ਼ੁਰੂ ਦੇ ਵਿੱਚ ਇਹ ਮਾਈਕਰੋਸਪੋਰ 4-4 ਦੇ ਗਰੁੱਪਾਂ ਦੇ ਵਿੱਚ ਹੀ ਮਿਲਦੇ ਹਨ। ਬਾਅਦ ਵਿੱਚ ਜਦੋਂ ਐਂਥਰ ਪੱਕਦਾ ਹੈ, ਮੈਚੋਰ ਹੁੰਦਾ ਹੈ, ਤਾਂ ਉਸ ਸਮੇਂ ਇਹ ਗਰੁੱਪ ਟੁੱਟ ਜਾਂਦੇ ਹਨ ਅਤੇ ਇੱਕ ਗਰੁੱਪ ਦੇ 4 ਮਾਈਕਰੋਸਪੋਰ ਜਾਂ ਜਿਨ੍ਹਾਂ ਨੂੰ ਅਸੀਂ ਪੋਲਨ ਗ੍ਰੇਨਸ ਕਹਿੰਦੇ ਹਾਂ, ਉਹ ਇੱਕ ਦੂਜੇ ਤੋਂ ਵੱਖਰੇ ਹੋ ਜਾਂਦੇ ਹਨ। ਜਦੋਂ ਐਂਥਰ ਮੈਚੋਰ ਹੁੰਦਾ ਤਾਂ ਉਹਦੇ 'ਚ ਡੀਹਾਈਡਰੇਸ਼ਨ ਹੁੰਦੀ ਹੈ, ਪਾਣੀ ਦੀ ਕਮੀ ਹੁੰਦੀ ਹੈ। ਪਾਣੀ ਦੀ ਕਮੀ ਦੇ ਨਾਲ ਬਾਹਰਲੀਆਂ ਜਿਹੜੀਆਂ ਦੀਵਾਰਾਂ ਸਨ, ਲੇਅਰ ਸਨ, ਉਹ ਟੁੱਟ ਜਾਂਦੀਆਂ ਹਨ, ਡਿਹਿੰਸਿਸ ਹੋ ਜਾਂਦੀ ਹੈ ਆਪਣੇ ਕੋਲ, ਅਤੇ ਪੋਲਨ ਗ੍ਰੇਨਸ ਉੱਡਣ ਦੇ ਲਈ ਤਿਆਰ ਹੋ ਜਾਂਦੇ ਹਨ। ਜਦੋਂ ਹੀ ਹਵਾ ਦੇ ਨਾਲ ਇਹ ਐਂਥਰ ਹਿੱਲਦੇ ਹਨ ਤਾਂ ਇਹਨਾਂ ਦੇ ਪੋਲਨ ਸੈਕਾਂ ਦੇ ਵਿੱਚੋਂ ਇਹ ਪੋਲਨ ਗ੍ਰੇਨਸ ਉੱਡ ਕੇ ਕਿਸੇ ਹੋਰ ਜਗ੍ਹਾ ਦੇ ਉੱਪਰ ਚਲੇ ਜਾਂਦੇ ਹਨ ਜਾਂ ਨੇੜਲੇ ਪਏ ਕਾਰਪਲ ਦੇ ਸਟਿਗਮਾ ਦੇ ਉੱਪਰ ਆ ਕੇ ਬੈਠ ਜਾਂਦੇ ਹਨ, ਤਾਂ ਕਿ ਜੋ ਅਗਲੀ ਪ੍ਰੋਸੈਸ ਹੈ ਫਰਟੀਲਾਈਜੇਸ਼ਨ ਉਹ ਸ਼ੁਰੂ ਹੋ ਸਕੇ। ਮਿਡਲ ਲੇਅਰਸ ਦਾ ਕੰਮ ਪੋਲਨ ਗ੍ਰੇਨਸ ਨੂੰ ਪ੍ਰੋਟੈਕਸ਼ਨ ਦੇਣ ਦੇ ਨਾਲ ਨਾਲ ਆਪ ਘੁਲ ਕੇ ਡਿਵੈਲਪਿੰਗ ਪੋਲਨ ਗ੍ਰੇਨਸ ਨੂੰ ਨਰਿਸ਼ਮੈਂਟ ਦੇਣਾ ਵੀ ਹੁੰਦਾ ਹੈ। ਤੁਸੀਂ ਇੱਕ ਆਪਣੇ ਸਕੂਲ ਜਾਂ ਘਰ ਦੇ ਬਗੀਚੇ ਵਿੱਚੋਂ ਹਬਿਸਕਸ, ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਚਾਈਨਾ ਰੋਜ਼ ਕਹਿ ਦਿੰਦੇ ਹੈਗੇ, ਲਾਲ ਰੰਗ ਦਾ ਇੱਕ ਫੁੱਲ ਹੁੰਦਾ ਹੈਗਾ, ਦੇ ਪੱਕੇ ਹੋਏ ਐਂਥਰ ਤੋਂ ਥੋੜ੍ਹੇ ਜਿਹੇ ਐਂਥਰ ਸੈਕ ਨੂੰ ਭੰਨ ਕੇ ਅਗਰ ਉਹਦੇ ਪੋਲਨ ਗ੍ਰੇਨਸ ਲਵੋਗੇ ਤਾਂ ਤੁਹਾਡੇ ਉਂਗਲ ਦੇ ਉੱਪਰ ਇੱਕ ਪੀਲੇ ਰੰਗ ਦਾ ਪਾਊਡਰ ਆ ਜਾਵੇਗਾ, ਜੋ ਕਿ ਪੋਲਨ ਗ੍ਰੇਨਸ ਦੇ ਗੁੱਛੇ ਹੋਣਗੇ ਔਰ ਉਹ ਪੋਲਨ ਗ੍ਰੇਨਸ ਨੂੰ ਰੀਪ੍ਰਜੈਂਟ ਕਰਦੇ ਹੋਣਗੇ। ਜੇ ਅਸੀਂ ਉਸ ਪੀਲੇ ਰੰਗ ਦੇ ਪਾਊਡਰ ਨੂੰ ਇੱਕ ਸਲਾਈਡ ਦੇ ਉੱਪਰ ਰੱਖ ਕੇ ਇੱਕ ਤੁਪਕਾ ਪਾਣੀ ਦਾ ਉਹਦੇ ਉੱਪਰ ਪਾ ਕੇ ਮਾਈਕਰੋਸਕੋਪ ਦੇ ਨੀਚੇ ਅਬਜ਼ਰਵ ਕਰੀਏ ਤਾਂ ਸਾਨੂੰ ਉਸ ਦੇ ਉੱਪਰਲੇ ਡਿਜ਼ਾਈਨਾਂ ਨੂੰ ਦੇਖ ਕੇ ਬੜੀ ਹੈਰਾਨੀ ਹੋਵੇਗੀ। ਅਲੱਗ-ਅਲੱਗ ਸਪੀਸ਼ੀਜ਼ ਦੇ ਪੋਲਨ ਗ੍ਰੇਨਸ ਦੀ ਜਿਹੜੀ ਬਾਹਰੀ ਬਣਤਰ ਹੁੰਦੀ ਹੈ ਉਹ ਅਲੱਗ-ਅਲੱਗ ਅਤੇ ਇੱਕ ਖਾਸ ਢੰਗ ਦੇ ਨਾਲ ਹੁੰਦੀ ਹੈ। ਜਿੰਨੇ ਵੀ ਬਾਇਓਲੋਜੀ ਦੇ ਸਾਇੰਟਿਸਟ ਹਨ ਉਹ ਇਹਨਾਂ ਡਿਜ਼ਾਈਨਾਂ ਨੂੰ ਦੇਖ ਕੇ ਹੀ ਅੰਦਾਜ਼ਾ ਲਾਉਂਦੇ ਹਨ ਕਿ ਇਹ ਪੋਲਨ ਗ੍ਰੇਨ ਕਿਸ ਪ੍ਰਜਾਤੀ ਦੇ ਨਾਲ ਸੰਬੰਧ ਰੱਖਦੇ ਹਨ। ਹੁਣ ਅਗਰ ਅਸੀਂ ਇੱਕ ਪੋਲਨ ਗ੍ਰੇਨ ਦੀ ਗੱਲ ਕਰੀਏ ਤਾਂ ਪੋਲਨ ਗ੍ਰੇਨ 2 ਖਾਸ ਕਿਸਮ ਦੀਆਂ ਤਹਿਾਂ ਦੇ ਨਾਲ, ਵਾਲਸ ਦੇ ਨਾਲ ਢਕਿਆ ਹੋਇਆ ਹੁੰਦਾ ਹੈ। ਬਾਹਰੀ ਜਿਹੜੀ ਪਰਤ ਹੈ, ਬਾਹਰੀ ਜੋ ਤਹਿ ਹੈਗੀ, ਉਸ ਨੂੰ ਐਗਜ਼ਾਈਨ ਕਹਿੰਦੇ ਹਨ ਔਰ ਐਗਜ਼ਾਈਨ ਇੱਕ ਖਾਸ ਕਿਸਮ ਦੇ ਸਬਸਟਾਂਸ ਸਪੋਰੋਪੋਲਨਿਨ ਦੀ ਬਣੀ ਹੁੰਦੀ ਹੈ, ਜਿਸ ਦੇ ਉੱਪਰ ਜ਼ਿਆਦਾ ਟੈਂਪਰੇਚਰ, ਜ਼ਿਆਦਾ ਕਿਸੇ ਐਸਿਡ ਜਾਂ ਐਲਕਲੀ ਖਾਰ ਦਾ ਕੋਈ ਵੀ ਅਸਰ ਨਹੀਂ ਹੁੰਦਾ ਗਾ। ਤਾਂ ਇਹ ਇੱਕ ਬਹੁਤ ਹੀ ਰੈਜ਼ਿਸਟੈਂਟ ਪਦਾਰਥ ਹੈ। ਇਸ ਕਾਰਨ ਹੀ ਪੋਲਨ ਗ੍ਰੇਨ ਦੇ ਫੋਸਿਲਸ, ਪਥਰਾਟ ਸਾਨੂੰ ਕਾਫੀਆਂ ਸਾਲਾਂ ਬਾਅਦ ਵੀ ਮਿਲਦੇ ਹਨ। ਐਗਜ਼ਾਈਨ ਇੱਕ ਕੰਟੀਨਿਊਸ ਲੇਅਰ ਨਹੀਂ ਹੈ। ਕਈ ਥਾਵਾਂ ਦੇ ਉੱਪਰ ਇਸ ਦੇ ਵਿੱਚ ਮੋਰੀਆਂ ਹਨ, ਅਪਰਚਰਸ ਹਨ। ਉਹਨਾਂ ਮੋਰੀਆਂ ਨੂੰ ਅਸੀਂ ਜਰਮ ਪੋਰ ਕਹਿੰਦੇ ਹਾਂ। ਅਲੱਗ-ਅਲੱਗ ਪ੍ਰਜਾਤੀਆਂ ਦੇ ਵਿੱਚ ਇਹ ਜਰਮ ਪੋਰਾਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ। ਜਰਮ ਪੋਰ ਵਾਲੀ ਥਾਂ ਦੇ ਉੱਪਰ ਸਪੋਰੋਪੋਲਿਨ ਨਹੀਂ ਹੁੰਦਾ ਔਰ ਇਹ ਜਰਮ ਪੋਰ
ਅੱਗੇ ਜਾ ਕੇ ਫਰਟੀਲਾਈਜੇਸ਼ਨ ਦੀ ਪ੍ਰੋਸੈਸ ਦੇ ਵਿੱਚ ਜਰਮ ਟਿਊਬ ਬਣਾਉਣ ਦੇ ਵਿੱਚ ਸਹਾਈ ਹੁੰਦਾ ਹੈ। ਪੋਲਨ ਗ੍ਰੇਨ ਦੀ ਅੰਦਰੂਨੀ ਪਰਤ, ਅੰਦਰੂਨੀ ਵਾਲ ਨੂੰ ਇੰਟਾਈਨ ਕਹਿੰਦੇ ਹਨ ਔਰ ਇਹ ਕੰਟੀਨਿਊਸ ਲੇਅਰ ਹੁੰਦੀ ਹੈ। ਇਹ ਆਮ ਤੌਰ ਤੇ ਸੈਲੂਲੋਜ਼ ਤੇ ਪੈਕਟਨ ਦੀ ਬਣੀ ਹੁੰਦੀ ਹੈ। ਜਦੋਂ ਪੋਲਨ ਟਿਊਬ ਬਣਦੀ ਹੈ ਤਾਂ ਪੋਲਨ ਟਿਊਬ ਦੀ ਜਿਹੜੀ ਆਊਟਰ ਲੇਅਰ ਹੈਗੀ ਉਹ ਇੰਟਾਈਨ ਦੀ ਹੀ ਬਣੀ ਹੁੰਦੀ ਹੈ, ਕਿਉਂਕਿ ਜਦੋਂ ਪੋਲਨ ਗ੍ਰੇਨ ਸਟਿਗਮਾ ਦੇ ਉੱਪਰ ਜਾ ਕੇ ਪਾਣੀ ਤੇ ਨਿਊਟ੍ਰੈਂਟ ਅਬਜ਼ੌਰਬ ਕਰਦਾ ਹੈ ਤਾਂ ਉਹਦਾ ਵੋਲਿਊਮ ਵੱਧਦਾ ਹੈ। ਕਿਉਂਕਿ ਐਗਜ਼ਾਈਨ ਕੰਟੀਨਿਊਸ ਪ੍ਰੋਸੈਸ ਲੇਅਰ ਨਹੀਂ ਹੈ ਬਟ ਇੰਟਾਈਨ ਕੰਟੀਨਿਊਸ ਲੇਅਰ ਹੈ, ਤਾਂ ਉਹ ਜਗ੍ਹਾ ਜਿੱਥੇ ਜਰਮ ਪੋਰ ਹੁੰਦਾ ਹੈ, ਸਪੋਰੋਪੋਲਨ ਨਹੀਂ ਹੁੰਦੀ, ਐਗਜ਼ਾਈਨ ਨਹੀਂ ਹੁੰਦੀ, ਉੱਥੋਂ ਇੰਟਾਈਨ ਬਾਹਰ ਵੱਲ ਨਿਕਲ ਕੇ ਇੱਕ ਟਿਊਬ ਦੀ ਸ਼ੇਪ ਲੈ ਲੈਂਦੀ ਹੈ। ਪੋਲਨ ਗ੍ਰੇਨ ਜਦੋਂ ਐਂਥਰ ਦੇ ਪੱਕਣ ਤੋਂ ਬਾਅਦ ਗਿਰਦਾ ਹੈ ਤਾਂ ਉਸ ਸਮੇਂ 2 ਸੈੱਲ ਦੀ ਰੂਪ ਵਿੱਚ ਹੁੰਦਾ ਹੈ, ਇੱਕ ਵੈਜੀਟੇਟਿਵ ਸੈੱਲ, ਦੂਜਾ ਜਰਨੇਟਿਵ ਸੈੱਲ। ਜਰਨੇਟਿਵ ਸੈੱਲ ਵੈਜੀਟੇਟਿਵ ਸੈੱਲ ਦੇ ਅੰਦਰ ਹੀ ਹੁੰਦਾ ਹੈ। ਉਹ ਵੈਜੀਟੇਟਿਵ ਸੈੱਲ ਦੇ ਸਾਈਟੋਪਲਾਜ਼ਮ ਦੇ ਵਿੱਚ ਤੈਰ ਰਿਹਾ ਹੁੰਦਾ ਹੈ। ਇਸ 2 ਸੈੱਲ ਸਟੇਜ ਦੇ ਵਿੱਚ ਜ਼ਿਆਦਾਤਰ ਫੁੱਲਾਂ ਵਾਲੇ ਪੌਦਿਆਂ ਵਿੱਚ ਪੋਲਨ ਗ੍ਰੇਨ ਡਿਹੈਂਸਿਸ ਤੋਂ ਬਾਅਦ ਉੱਡਦਾ ਹੈ, ਮੇਲ ਪਾਰਟ ਤੋਂ ਫੀਮੇਲ ਪਾਰਟ ਵਿੱਚ ਜਾਂਦਾ ਹੈ। ਪਰ ਕੁਝ ਫੁੱਲਾਂ ਵਾਲੀਆਂ ਪ੍ਰਜਾਤੀਆਂ ਅਜਿਹੀਆਂ ਵੀ ਹਨ ਜਿਸ ਵਿੱਚ ਜਰਨੇਟਿਵ ਸੈੱਲ ਮਾਈਟੋਸਿਸ ਡਿਵੀਜ਼ਨ ਕਰਕੇ ਅੱਗੇ 2 ਮੇਲ ਗੈਮੇਟ ਪ੍ਰੋਡਿਊਸ ਕਰ ਦਿੰਦਾ ਹੈ, ਤਾਂ ਉਸ ਸਮੇਂ ਪੋਲਨ ਗ੍ਰੇਨ 3 ਸੈਲਡ ਸਟੇਜ ਵਿੱਚ ਹੁੰਦਾ ਹੈ। ਇਹਨਾਂ ਪ੍ਰਜਾਤੀਆਂ ਵਿੱਚ ਪੋਲਨ ਗ੍ਰੇਨ 3 ਸੈਲ ਸਟੇਜ ਵਿੱਚ ਸ਼ੈਡ ਕਰਦਾ ਹੈਗਾ ਮੈਚੋਰ ਐਂਥਰ ਤੋਂ, ਤੇ ਅੱਗੇ ਜਾ ਕੇ ਉਹ ਸਟਿਗਮਾ ਦੇ ਉੱਪਰ ਇਸ 3 ਸੈਲ ਸਟੇਜ ਵਿੱਚ ਹੀ ਜਾ ਕੇ ਗਰੋਥ ਕਰਦਾ ਹੈ। ਪਿਆਰੇ ਬੱਚਿਓ, ਹੁਣ ਅਸੀਂ ਇਸ ਟੌਪਿਕ ਦੇ ਵਿੱਚ ਫੁੱਲ ਦੇ ਮੇਲ ਰੀਪਰੋਡਕਟਿਵ ਪਾਰਟ ਬਾਰੇ, ਪੋਲਨ ਗ੍ਰੇਨ ਬਾਰੇ ਤੇ ਪੋਲਨ ਗ੍ਰੇਨ ਤੋਂ ਮੇਲ ਗੈਮਟ ਦੇ ਬਣਨ ਦੀ ਪ੍ਰਕਿਰਿਆ ਨੂੰ ਸਮਝਿਆ ਹੈ। ਉਮੀਦ ਹੈ ਤੁਹਾਨੂੰ ਇਹ ਸਮਝ ਜ਼ਰੂਰ ਆ ਗਿਆ ਹੋਵੇਗਾ। ਤੁਸੀਂ ਕੋਸ਼ਿਸ਼ ਕਰਿਓ ਕਿ ਇੱਕ ਵਾਰੀ NCERT ਵਾਲੀ ਬੁੱਕ ਵਿੱਚ ਚੈਪਟਰ ਨੂੰ ਰੀਡ ਕਰਨ ਦਾ, ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਭ ਕੁਝ ਬੜੇ ਸੌਖੇ ਢੰਗ ਦੇ ਨਾਲ ਸਮਝ ਆ ਜਾਵੇਗਾ। ਧੰਨਵਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।